ਧੰਨ ਵਾਹਿਗੁਰੂ ਸਾਹਿਬ ਜੀ। ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ। ਸਤ ਗੁਰੂ ਸੁਣਾਇਆ, ਇਹ ਤਿਨ ਕੈ ਮਨ ਵਸਿਆ। ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ। ਗੱਲੀ ਕਿਨੇ ਨਾ ਪਾਇਆ, ਕਹੈ ਨਾਨਕ ਸ਼ਬਦ ਸੁਹੇਲਾ। ਸਤ ਗੁਰੂ ਸੁਣਾਇਆ, ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ। ਗੱਲੀ ਕਿਨੇ ਨਾ ਪਾਇਆ, ਕਹੈ ਨਾਨਕ ਸ਼ਬਦ ਸੁਹੇਲਾ। ਸਤ ਗੁਰੂ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਚਰਨਾਂ ਵਿੱਚ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਅਤੀ ਵਡਭਾਗੇ ਹੋ ਜੋ ਕਿ ਨਿਤ ਕਰਮ ਅਨੁਸਾਰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਲੜੀਵਾਰ ਚੱਲ ਰਹੀ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਹੁਣੇ ਆਪ ਜੀ ਨੇ ਆਨੰਦ ਸਾਹਿਬ ਦੀ 16ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਸਭ ਕਿਰਪਾ ਕਰਨ ਇਹੋ ਸੁਹੇਲਾ ਸ਼ਬਦ ਸੁਹਾਵਾ। ਸੁਹੇਲਾ ਕਹਿੰਦੇ ਹਨ ਖੁਸ਼ੀ ਦਾ ਗੀਤ। ਜਿਹੜਾ ਸਤਿਗੁਰੂ ਦਾ ਸ਼ਬਦ ਹੈ, ਆਤਮਿਕ ਜੀਵਨ ਦੇਣ ਵਾਲਾ ਹੈ, ਸੁਖ ਦੇਣ ਵਾਲਾ ਹੈ, ਸੋਹਣਾ ਹੈ। ਇਹ ਸੁਹੇਲਾ ਸ਼ਬਦ ਸੁਹਾਵਾ, ਕਿਉਂਕਿ ਸਤਿਗੁਰੂ ਦੇ ਸ਼ਬਦ ਦੇ ਵਿੱਚ ਇੰਨੀ ਤਾਕਤ ਹੈ। ਆਪਾਂ ਜਿਹੜੇ ਦੁਨਿਆਵੀ ਬੋਲ ਵੀ ਬੋਲਦੇ ਹਾਂ, ਉਹਨਾਂ ਨੂੰ ਵੀ ਸ਼ਬਦ ਆਖਿਆ ਜਾਂਦਾ ਹੈ, ਪਰ ਸ਼ਬਦ ਦੇ ਵਿੱਚ ਫਰਕ ਹੈ। ਕਈ ਸ਼ਬਦ ਸਾਨੂੰ ਵਿਕਾਰਾਂ ਵਿੱਚ ਲੈ ਜਾਂਦੇ ਆ, ਪਰ ਜਿਹੜਾ ਗੁਰੂ ਕਾ ਸ਼ਬਦ ਹੈ ਸਾਨੂੰ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਦਾ ਹੈ। ਤੇ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਉਹ ਖੁਸ਼ੀ ਦਾ ਗੀਤ ਹੈ। ਕਿ ਕੋਈ ਬੰਦਾ ਸੋਚੇ ਕਿ ਪਰਮਾਤਮਾ ਅਕਾਲ ਪੁਰਖ, ਆਪਾਂ ਲੋਕਾਂ ਦੇ ਘਰ ਤਾਂ ਕੋਈ ਸੰਸਾਰ ਤੋਂ ਚਲਾ ਹੀ ਜਾਂਦਾ, ਅਫਸੋਸ ਕਰਦੇ ਆ, ਪਰ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਘਰ ਜਿਹੜਾ ਹੈ, ਜਿਹਦੇ ਬਾਰੇ ਸਤਿਗੁਰੂ ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ। ਉੱਥੇ ਸੋਗ ਦੀ ਗੱਲ ਹੀ ਕੋਈ ਨਹੀਂ, ਕਿਉਂਕਿ ਤੇਰਾ ਘਰ ਕਿਦਾਂ ਦਾ, ਤੇਰੇ ਘਰ ਆਨੰਦ ਵਧਾਈ ਤੁਧ ਕਰ। ਤੇਰੇ ਘਰ ਦੇ ਵਿੱਚ ਸਦਾ ਆਨੰਦ ਹੀ ਆਨੰਦ ਹੈ। ਜੇ ਅਸੀਂ ਵੀ ਆਪਣੇ ਹਿਰਦੇ ਘਰ ਦੇ ਵਿੱਚ ਆਨੰਦ ਲੈ ਕੇ ਆਉਣਾ ਚਾਹੁੰਦੇ ਹਾਂ, ਸਤਿਗੁਰੂ ਗੁਰੂ ਅਮਰਦਾਸ ਕਹਿ ਰਹੇ ਆ ਕਿ ਇਸ ਖੁਸ਼ੀ ਦਾ ਜਿਹੜਾ ਗੀਤ ਹੈ, ਆਤਮਿਕ ਜੀਵਨ ਦੇਣ ਵਾਲਾ ਜਿਹੜਾ ਗੀਤ ਹੈ, ਸੋਹਣਾ ਜਿਹੜਾ ਗੀਤ ਹੈ, ਸ਼ਬਦ ਹੈ, ਇਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਕਿਉਂਕਿ ਦੁਨਿਆਵੀ ਗੀਤ ਜਿਹੜੇ ਆ ਤੁਸੀਂ ਇੱਕ ਦਿਨ ਸੁਣ ਲਓਗੇ, ਇੱਕ ਮਹੀਨਾ ਸੁਣ ਲਓਗੇ, ਪਰ ਸਤਿਗੁਰੂ ਦੀ ਬਾਣੀ ਸਦੀਆਂ ਤੋਂ ਸਾਨੂੰ ਸਮਝਾ ਰਹੀ ਹੈ,
ਸਦੀਆਂ ਤੋਂ ਬਾਣੀ ਪੜ੍ਹੀ ਜਾ ਰਹੀ ਹੈ, ਬਾਣੀ ਸੁਣੀ ਜਾ ਰਹੀ ਹੈ। ਨਿਤ ਨਵੀਂ ਹੈ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾਤਾ। ਸ਼ਬਦ ਪੁਰਾਣਾ ਨਹੀਂ ਹੈ, ਸ਼ਬਦ ਆਤਮਿਕ ਜੀਵਨ ਦੇਣ ਵਾਲਾ ਹੈ, ਆਤਮਿਕ ਖੁਸ਼ੀ ਦੇਣ ਵਾਲਾ। ਪਰ ਸੋਹਣਾ ਬਹੁਤ ਹੈ। ਸਾਹਿਬ ਕਹਿੰਦੇ ਇਹ ਸੁਹੇਲਾ ਸ਼ਬਦ ਸੁਹਾਵਾ, ਤੇ ਸ਼ਬਦ ਨੇ ਹੀ ਸਾਡੀ ਜ਼ਿੰਦਗੀ ਬਦਲਣੀ ਹੈ। ਜਿਸ ਵੇਲੇ ਅਸੀਂ ਸ਼ਬਦ, ਵੈਸੇ ਵੀ ਸਾਡੀ ਸ਼ਬਦਾਂ ਦੇ ਵਿੱਚ ਵੀ ਬਿਲਕੁਲ ਬਦਲੀ ਆ ਜਾਂਦੀ ਹੈ, ਜੇ ਬਦਲਾਵ ਜੀਵਨ ਵਿੱਚ ਆ ਜਾਂਦਾ ਹੈ। ਅਸੀਂ ਜੇ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਕਰਦੇ ਹਾਂ, ਅਸੀਂ ਘਰ ਦੇ ਵਿੱਚ ਬੂਟ ਕਹਿੰਦੇ ਹਾਂ, ਚੱਪਲਾਂ ਕਹਿੰਦੇ, ਇੱਥੇ ਆ ਕੇ ਸਾਡੀ ਬੋਲੀ ਵਿੱਚ ਆ ਜਾਂਦਾ, ਨਹੀਂ ਭਾਈ ਇਹ ਜੋੜੇ ਆ। ਕਈ ਚੀਜ਼ਾਂ ਦੇ ਵਿੱਚ ਬਦਲਾਅ ਹੋ ਜਾਂਦਾ। ਰੋਟੀ ਖਾ ਰਹੇ ਹਾਂ, ਖਾਣਾ ਖਾ ਰਹੇ ਹਾਂ, ਪਰ ਇਹ ਲੰਗਰ ਹੈ। ਸਾਡੀ ਜੇ ਬੋਲੀ ਦੇ ਵਿੱਚ ਫਰਕ ਆ ਸਕਦਾ ਤੇ ਜੀਵਨ ਵੀ ਜ਼ਰੂਰ ਬਦਲੇਗਾ, ਕਿਉਂਕਿ ਸ਼ਬਦ ਹੈ। ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਵੀ ਅਸੀਂ ਬਾਣੀ ਪੜ੍ਹਦੇ ਹਾਂ, ਸ਼ਬਦ ਦੇ ਨਾਲ ਜੀਵਨ ਬਦਲ ਜਾਏਗਾ। ਕਿ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਅਰਥ ਭਾਵ ਨਹੀਂ ਪਤਾ, ਜ਼ਰੂਰ ਬਦਲੇਗਾ। ਸਤਿਗੁਰੂ ਕਹਿੰਦੇ ਇੱਕ ਤਿਲ ਨਹੀਂ ਭੰਨੇ ਘਾਲੇ। ਇੱਕ ਤਿਲ ਵੀ ਕੀਤੀ ਹੋਈ ਪ੍ਰਮਾਤਮਾ ਦੀ ਭਗਤੀ ਜਿਹੜੀ ਹੈ, ਉਹਨੂੰ ਪ੍ਰਮਾਤਮਾ ਬੇਅਰਥ ਨਹੀਂ ਜਾਣ ਦਿੰਦਾ। ਹੁਣ ਸਵਾਲ ਇਹ ਹੈ ਕਿ ਸ਼ਬਦ ਦਾ ਅਸਰ ਹੁੰਦਾ ਹੈ। ਹੁਣ ਸ਼ਬਦ ਹੀ ਹੁੰਦਾ ਨਾ, ਇੱਕ ਬੰਦਾ ਬਹੁਤ ਦੂਰ ਖੜਾ ਹੈ, ਜਿੱਥੇ ਤੱਕ ਸਾਡੀ ਆਵਾਜ਼ ਨਹੀਂ ਜਾ ਰਹੀ, ਅਸੀਂ ਸਿਰਫ ਬੋਲੀਏ ਨਾ, ਐਕਟਿੰਗ ਕਰੀਏ, ਗੁੱਸੇ ਨਾਲ ਐਕਟਿੰਗ ਕਰੀਏ, ਉਹ ਉੱਥੇ ਖੜਾ ਹੋਇਆ, ਉਹਨੂੰ ਗੁੱਸਾ ਆ ਜਾਏਗਾ, ਉਹਨੂੰ ਖੜਾ ਹੋ ਜਾਏ। ਤੇ ਸ਼ਬਦਾਂ ਦਾ ਅਸਰ ਰਹਿੰਦਾ। ਕਹਿੰਦੇ ਨਾ ਉਹ ਕਹਾਵਤਾਂ ਬਣੀਆਂ ਹੋਈਆਂ ਵੀ ਤਲਵਾਰ ਦਾ ਫੱਟ ਭਰ ਜਾਂਦਾ, ਜੇ ਜਿਹੜਾ ਬੰਦਾ ਬੋਲਦਾ ਹੈ ਨਾ ਉਹ ਫੱਟ ਨਹੀਂ ਭਰਦਾ। ਕਈ ਤੂੰ ਮੈਨੂੰ ਫਲਾਨੀ ਜਗ੍ਹਾ ਆਹ ਬੋਲਿਆ ਸੀ, ਇੱਦਾਂ ਬੋਲਿਆ ਸੀ, ਇਹ ਸ਼ਬਦ ਹੀ ਆ ਜਿਹੜੇ, ਇਹ ਸਾਨੂੰ ਦੁਨਿਆਵੀ ਸ਼ਬਦ ਜੇ ਸਾਡੀ ਜ਼ਿੰਦਗੀ ਦੇ ਵਿੱਚ ਅਸਰ ਕਰਦੇ ਆ, ਤੇ ਇਹ ਤਾਂ ਹੈ ਪ੍ਰਮਾਤਮਾ ਦੇ ਸ਼ਬਦ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਹੈ ਹੀ ਸਤਿਗੁਰ ਦੀ ਬਾਣੀ ਜਿਹੜੀ ਹੈ। ਜੇ ਸਾਨੂੰ ਲੋਕਾਂ ਦੇ ਕਹੇ ਹੋਏ ਸ਼ਬਦ ਹਮੇਸ਼ਾ ਯਾਦ ਰਹਿੰਦੇ ਆ, ਫਲਾਣੇ ਨੇ ਮੈਨੂੰ ਇਹ ਕਿਹਾ ਸੀ, ਚੰਗੇ ਸ਼ਬਦ ਨਹੀਂ ਅਸੀਂ ਯਾਦ ਰੱਖਦੇ, ਜਿਹੜੇ ਕੋਈ ਸਾਨੂੰ ਲੱਗਦਾ ਕਿ ਸਾਨੂੰ ਇਹਨਾਂ ਨੇ ਕਿਹਾ, ਉਹ ਸਾਨੂੰ ਫਿਰ ਸਾਰੀ ਜ਼ਿੰਦਗੀ ਦੁੱਖ ਦੇ ਰਹੇ ਆ, ਅਸੀਂ ਉਹਨੂੰ ਪੱਲੇ ਬੰਨ੍ਹ ਕੇ ਰੱਖ ਲੈਂਦੇ। ਤੇ ਇਹ ਸ਼ਬਦ ਸਾਡੀ ਜ਼ਿੰਦਗੀ ਬਦਲਦਾ। ਕਿੱਦਾਂ ਬਦਲਦਾ ਹੈ? ਇੱਕ ਬੱਚਾ ਸਕੂਲ ਪੜ੍ਹਨ ਗਿਆ ਤੇ ਉਹ ਰਾਜੇ ਦਾ ਪੁੱਤਰ ਸੀ। ਅਧਿਆਪਕ ਪੜ੍ਹਾ ਰਹੇ ਆ। ਅਧਿਆਪਕ ਕੀ ਪੜ੍ਹਾਉਣਾ ਚਾਹੁੰਦੇ ਆ ਕਿ ਤੇਰਾ ਰਾਜਾ ਹੀ, ਤੇਰਾ ਪਿਤਾ ਹੀ ਸਭ ਕੁਝ ਹੈ। ਜਿਹੜਾ ਤੇਰਾ ਪਿਤਾ ਰਾਜਾ ਹੈ ਨਾ, ਸਭ ਕੁਝ ਉਹੀ ਹੈ। ਹੁਣ ਤੂੰ ਅੱਖਰ ਸਿੱਖ ਲਏ ਹਨ, ਇਹ ਸ਼ਬਦ ਲਿਖਣੇ ਆ ਔਰ ਆਪਣੇ ਪਿਤਾ ਦਾ ਨਾਮ ਲਿਖਣਾ ਤੇ ਉਹਦਾ ਹੀ ਨਾਮ ਬੋਲਣਾ ਹੈ। ਉਹਨੇ ਆਖਿਆ ਵੀ ਜਗਤ ਦਾ ਮਾਲਕ ਨਾਮ ਤਾਂ ਪ੍ਰਭੂ ਦਾ, ਅਕਾਲ ਪੁਰਖ ਦਾ, ਪਰਮੇਸ਼ਰ ਦਾ ਹੈ। ਪਰਮੇਸ਼ਰ ਦਾ ਨਾਮ ਹੈ ਤੇ ਮੈਂ ਉਹੀ ਜਪਣਾ ਹੈ, ਉਹੀ ਲਿਖਣਾ ਹੈ। ਹੁਣ ਅਧਿਆਪਕ ਵੀ ਜ਼ੋਰ ਨਹੀਂ ਦੇ ਸਕੇ। ਅਧਿਆਪਕਾਂ ਨੇ ਜ਼ੋਰ ਨਹੀਂ ਦਿੱਤਾ ਕਿਉਂਕਿ ਰਾਜੇ ਦਾ ਪੁੱਤਰ ਸੀ। ਉਹਨਾਂ ਨੇ ਸ਼ਿਕਾਇਤ ਕੀਤੀ ਵੀ ਤੇਰਾ ਪੁੱਤਰ ਨਹੀਂ ਮੰਨਦਾ। ਉਹਨੂੰ ਸ਼ਿਕਾਇਤ ਕੀਤੀ, ਉਹਦੀ ਮਾਂ ਨੂੰ ਸ਼ਿਕਾਇਤ ਕੀਤੀ, ਤੇ ਫਿਰ ਬਾਣੀ ਦੇ ਵਿੱਚ ਉਸ ਬੱਚੇ ਦਾ ਨਾਮ ਆਇਆ ਜਿਹਨੂੰ ਕਹਿੰਦੇ ਭਗਤ ਪ੍ਰਹਿਲਾਦ। ਅਧਿਆਪਕ ਸ਼ਿਕਾਇਤ ਕਰਦੇ ਆ, ਸੰਡਾ ਮਰਕਾ, ਅਧਿਆਪਕਾਂ ਦਾ ਨਾਮ ਵੀ ਲਿਖਿਆ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚਹਾਰੇ। ਰਾਮ ਕਹਿ ਕਰ ਤਾਲ ਵਜਾਵੇ, ਚਟਿਆ ਸਭ ਵਿਗਾੜੇ। ਰਾਮ ਰਾਮ ਕਰਦਾ ਹੈ, ਤਾੜੀਆਂ ਵਜਾਉਂਦਾ ਹੈ, ਤੇ ਇਹਨੇ ਦੂਸਰਿਆਂ ਨੂੰ ਵੀ ਵਿਗਾੜ ਦਿੱਤਾ। ਤੇ ਹੁਣ ਕਹਿੰਦੇ ਹਨ, ਮਾਂ ਕੀ ਕਹਿੰਦੀ ਹੈ? ਮਾਂ ਵੀ ਸਮਝਾਉਂਦੀ ਹੈ, ਕਹਿਣ ਲੱਗੀ ਬਸੁੱਧਾ ਬਸ ਕੀਨੀ ਸਭ ਰਾਜੇ, ਵੀ ਸਾਰੀ ਧਰਤੀ ਦਾ ਮਾਲਕ ਤੇਰਾ ਪਿਤਾ ਹੀ ਹੈ। ਬਸੁੱਧਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਣੀ। ਪੂਤ ਪ੍ਰਹਿਲਾਦ ਕਿਹਾ ਨਹੀਂ ਮਾਨੇ, ਤਿਨਹੋਂ ਔਰ ਉਠਾਣੀ। ਉਹ ਗੱਲ ਹੀ ਨਹੀਂ ਮੰਨਦੇ। ਝਗੜਾ ਇੰਨਾ ਵੱਧ ਗਿਆ ਤੇ ਪ੍ਰਮਾਤਮਾ ਨੂੰ ਦਖਲ ਦੇਣਾ ਪਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਏ, ਪ੍ਰਮਾਤਮਾ ਨੂੰ ਫਿਰ ਦਖਲ ਨਹੀਂ ਦੇਣਾ ਪਿਆ। ਪ੍ਰਮਾਤਮਾ ਨੇ ਫਿਰ ਉਹਨੂੰ ਸਜ਼ਾ ਦਿੱਤੀ, ਉਹਦੇ ਪਿਤਾ ਨੂੰ,
ਜਿਹੜਾ ਉਹਦੇ ਉੱਪਰ ਤਸੱਦਦ ਕਰਦਾ ਸੀ, ਜਿਹੜਾ ਉਹਦੇ ਉੱਪਰ ਜ਼ੁਲਮ ਕਰਦਾ ਸੀ। ਉਹਦੇ ਕੋਲ ਕਿਹੜੀ ਤਾਕਤ ਸੀ? ਉਹਦੇ ਕੋਲ ਸ਼ਬਦ ਦੀ ਤਾਕਤ ਸੀ। ਇਸੇ ਤਰ੍ਹਾਂ ਭਗਤ ਨਾਮਦੇਵ ਜੀ, ਭਗਤ ਨਾਮਦੇਵ ਜੀ ਹੁਣ ਸਮੇਂ ਦੀ ਹਕੂਮਤ ਜਿਹੜੀ ਸੀ, ਉਹਨੇ ਆਖਿਆ ਵੀ ਤੂੰ ਰਾਮ ਕਹਿਣਾ ਛੱਡ ਦੇ, ਅੱਲਾ ਕਹਿ। ਜਿੱਦਾਂ ਹੁਣ ਕਹਿ ਰਿਹਾ ਨਾ ਵੀ ਰਾਮ ਰਾਮ ਹੀ ਕਰਨਾ ਹੈ, ਤੇ ਉਹ ਕਹਿੰਦੇ ਸੀ ਵੀ ਅੱਲਾ ਕਹੋ। ਹਕੂਮਤ ਨੇ ਪਕੜ ਲਿਆ, ਤੇ ਮਾਂ ਉਹਨੂੰ ਕਹਿੰਦੀ ਆ ਭਗਤ ਨਾਮਦੇਵ ਤੈਨੂੰ ਕੀ ਫਰਕ ਹੈ ਸਾਰੇ ਇੱਕੋ ਦੇ ਨਾਮ, ਜਿੰਨੇ ਵੀ ਨਾਮ ਹਨ। ਉਹਨੇ ਵੱਖਰੀ ਗੱਲ ਇੱਕ ਦੂਸਰੇ ਨੂੰ ਗੁਰੂ ਮਹਾਰਾਜ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਆ, ਕਹਿੰਦੇ ਭਾਈ ਇਹ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਉਹ ਤਾਂ ਇੱਕੋ ਹੀ ਆ ਨਾ, ਉਹਦੇ ਨਾਮ ਅਲੱਗ-ਅਲੱਗ ਆ। ਸਾਹਿਬ ਕਹਿੰਦੇ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਇਹ ਤਾਂ ਹੁਣ ਰਾਜਨੀਤਿਕ ਝਗੜੇ ਪੈ ਜਾਂਦੇ ਆ, ਲੋਕਾਂ ਨੇ ਪਾ ਦਿੱਤੇ ਗਏ। ਲੋਕਾਂ ਦੀ ਮੱਤ ਦੇ ਵਿੱਚ ਇਹ ਚੀਜ਼ਾਂ ਗੰਦਗੀ ਭਰ ਦਿੱਤੀ ਜਾਂਦੀ ਹੈ, ਤੇ ਸਤਿਗੁਰੂ ਮਹਾਰਾਜ ਨੇ ਇਸ ਨੂੰ ਗੰਦਗੀ ਨੂੰ ਕੱਢਣ ਦਾ ਯਤਨ ਕੀਤਾ ਗੁਰਬਾਣੀ ਦੇ ਰਾਹੀਂ। ਉਹ ਚੀਜ਼ ਸਤਿਗੁਰੂ ਮਹਾਰਾਜ ਨੇ ਦੁਨੀਆ ਦੇ ਸਾਹਮਣੇ ਲਿਆਂਦੀ ਹੈ। ਉਹ ਕਹਿਣ ਲੱਗਾ ਵੀ ਧੱਕੇ ਦੇ ਨਾਲ ਤਾਂ ਮੈਂ ਅੱਲਾ ਨਹੀਂ ਕਹਿਣਾ, ਉੱਦਾਂ ਮੈਂ ਰੋਜ਼ ਕਹਿਣਾ ਕਰੀਮਾ ਰਹੀਮਾ ਅੱਲਾਹ ਤੋਂ ਗਣੇ, ਪਰ ਜੇ ਧੱਕੇ ਨਾ ਕਹਿਣਗੇ ਵੀ ਅੱਲਾ ਕਹਿ ਫੇਰ ਨਹੀਂ ਕਹੂੰਗਾ। ਤੇ ਸਾਰੀ ਦੁਨੀਆ ਅੱਜ ਭਗਤ ਨਾਮਦੇਵ ਜੀ ਨੂੰ ਜਾਣਦੀ। ਕਿਹੜੀ ਸ਼ਕਤੀ ਸੀ? ਉਹ ਸ਼ਬਦ ਦੀ ਤਾਕਤ ਸੀ। ਇਹ ਸੁਹੇਲਾ ਸ਼ਬਦ ਸੁਹਾਵਾ। ਤੇ ਉਹ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਅੱਜ ਬਖਸ਼ਿਸ਼ ਕਰ ਰਹੇ ਆ। ਕਹਿੰਦੇ ਭਾਈ ਇਹ ਜਿਹੜਾ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਸੋਹਣਾ ਹੈ, ਸੁਹੇਲਾ ਹੈ, ਆਤਮਿਕ ਜੀਵਨ ਦੇਣ ਵਾਲਾ। ਫਿਰ ਉਹਨੂੰ ਗੱਲ ਨੂੰ ਸਤਿਗੁਰੂ ਮਹਾਰਾਜ ਦੁਬਾਰਾ ਕਹਿ ਰਹੇ ਆ, ਸ਼ਬਦੋ ਸੁਹਾਵਾ ਸਦਾ ਸੁਹੇਲਾ। ਸ਼ਬਦ ਸੋਹਣਾ ਹੈ ਔਰ ਸਦਾ ਹੀ ਆਤਮਿਕ ਜੀਵਨ ਦੇਣ ਵਾਲਾ, ਸਦਾ ਹੀ ਸੁੱਖ ਦੇਣ ਵਾਲਾ ਹੈ। ਸਤ ਗੁਰੂ ਸੁਣਾਇਆ, ਮੈਨੂੰ ਇਹ ਸ਼ਬਦ ਸਤ ਗੁਰੂ ਨੇ ਸੁਣਾਇਆ ਹੈ। ਹੁਣ ਸਤਿਗੁਰੂ ਸ਼ਬਦ ਹੀ ਸੁਣਾਉਂਦੇ ਸੀ ਨਾ ਗੁਰੂ ਨਾਨਕ ਸਾਹਿਬ ਜੀ। ਜਿੱਥੇ ਜਾਣਾ ਸ਼ਬਦ ਸੁਣਾਉਣਾ, ਸ਼ਬਦ ਦੀ ਜਿਹੜੀ ਤਾਕਤ ਸੀ ਗੁਰੂ ਸਾਹਿਬ ਮਹਾਰਾਜ ਨੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਗੁਰਬਾਣੀ ਦਾ ਸ਼ਬਦ ਸੀ, ਇਹਦੇ ਨਾਲ ਸਾਰਿਆਂ ਨੂੰ ਜਿੱਤ ਲਿਆ ਗੁਰੂ ਸਾਹਿਬ ਮਹਾਰਾਜ ਨੇ। ਇਹ ਸ਼ਬਦ ਕਿਹੜਾ ਕੌਣ ਸੁਣਾ ਰਿਹਾ? ਸਤਿਗੁਰੂ ਸੁਣਾਇਆ। ਮੈਨੂੰ ਸਤਿਗੁਰੂ ਇਹ ਸ਼ਬਦ ਸੁਣਾ ਰਿਹਾ ਹੈ। ਅਸੀਂ ਬਾਣੀ ਪੜ੍ਹ ਰਹੇ ਹਾਂ, ਉਹ ਮੁੱਖ ਕਿਸੇ ਦਾ ਵੀ ਵਰਤ ਸਕਦਾ ਹੈ, ਪਰ ਬੋਲਦਾ ਤਾਂ ਸਤਿਗੁਰੂ ਹੀ ਹੈ। ਕਿ ਕੋਈ ਵੀ ਸੁਣ ਸਕਦਾ ਹੈ, ਪਰ ਸੁਣ ਤਾਂ ਸਤਿਗੁਰੂ ਹੀ ਰਿਹਾ ਹੈ, ਕਿਉਂਕਿ ਹਰੇਕ ਦੇ ਵਿੱਚ ਉਹ ਹੈ ਆਪ ਕਥੇ ਆਪ ਸੁਣਨੇ ਹਾਰ, ਆਪ ਹੀ ਹੈ। ਜੇ ਮੈਂ ਕਹਾਂ ਮੈਂ ਸ਼ਬਦ ਪੜ੍ਹ ਰਿਹਾ ਤੇ ਮੈਂ ਖਤਮ ਹੋ ਜਾਏ ਕੰਮ ਹੋ ਜਾਏਗਾ। ਸ਼ਬਦ ਕਿਹੜਾ? ਸਤਿਗੁਰੂ ਕੀ ਕਹਿੰਦੇ ਆ? ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਂ ਜੀ ਜੈਸੀ ਮੈਂ ਆਵੇ, ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਮੇਰੀ ਬਾਣੀ ਨਹੀਂ, ਜੋ ਸਤਿਗੁਰੂ ਪ੍ਰਮਾਤਮਾ ਕਹਿ ਰਿਹਾ ਮੈਂ ਉਹ ਬਿਆਨ ਕਰ ਰਿਹਾ। ਕਹਿੰਦੇ ਜੇ ਹੋ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਏ। ਜੇ ਮੈਨੂੰ ਪਤਾ ਵੀ ਹੋਵੇ ਤਾਂ ਵੀ ਨਹੀਂ ਕਹਿ ਸਕਦਾ, ਕਿਉਂਕਿ ਮੇਰੀ ਤਾਕਤ ਕੋਈ ਨਹੀਂ, ਕਿਉਂਕਿ ਬੁਲਾਈ ਹੋ ਰਿਹਾ ਹੈ, ਬੁਲਾਏ ਹੋ ਰਿਹਾ, ਸੁਣ ਵੀ ਹੋ ਰਿਹਾ ਹੈ। ਤੇ ਜਿਹੜਾ ਸੁਣਦਾ ਹੈ ਸਤਿਗੁਰੂ ਸੁਣਾਇਆ, ਤੇ ਸਤਿਗੁਰੂ ਸ਼ਬਦ ਸੁਣਾਉਂਦਾ। ਤੇ ਸਾਹਿਬ ਜੀ ਇੱਥੇ ਕਹਿ ਰਿਹਾ ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆ। ਇਹ ਉਹਦੇ ਮਨ ਦੇ ਵਿੱਚ ਵਸ ਜਾਂਦਾ ਹੈ ਸ਼ਬਦ, ਹਿਰਦੇ ਦੇ ਵਿੱਚ ਵਸਦਾ। ਬੜੀ ਮੁਬਾਰਕ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਜ਼ੁਬਾਨ ਦੇ ਉੱਪਰ ਸ਼ਬਦ ਹੈ। ਮੁਬਾਰਕ ਹੈ ਜਿਨ੍ਹਾਂ ਦੇ ਕੰਨਾਂ ਤੱਕ ਸ਼ਬਦ ਹੈ, ਪਰ ਉਹ ਭਾਗਾਂ ਵਾਲੇ ਆ ਜਿਨ੍ਹਾਂ ਦੇ ਸ਼ਬਦ ਹਿਰਦੇ ਵਿੱਚ ਵਸ ਗਿਆ। ਇਹ ਤਿਨ ਕੇ ਮਨ ਵਸਿਆ ਜਿਨ ਧੁਰੋਂ ਲਿਖਿਆ। ਕਿਉਂਕਿ ਜੀਵਨ ਉਦੋਂ ਹੀ ਬਦਲਣਾ ਜਿੱਦਣ ਸ਼ਬਦ ਸਾਡੇ ਅੰਦਰ ਜਾਣਾ। ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ ਤੇ ਛੱਡ ਰਹੇ ਹਾਂ, ਤੇ ਜਿੱਦਣ ਅੰਦਰ ਜਾਏਗਾ ਉਦੋਂ ਜੀਵਨ ਬਦਲੇਗਾ। ਪੜ੍ਹ ਤਾਂ ਰਹੇ ਆ, ਪਰ ਉਹਦੇ ਮੁਤਾਬਕ ਅਮਲ ਦੇ ਵਿੱਚ ਨਹੀਂ ਆ ਰਿਹਾ। ਸ਼ਬਦ ਜਿਹੜਾ ਅਮਲ ਦੇ ਵਿੱਚ ਨਹੀਂ ਆ ਰਿਹਾ, ਅਮਲ ਦੇ ਵਿੱਚ ਆ ਗਿਆ ਤੇ ਆਪਣੇ ਆਪ ਜੀਵਨ ਬਦਲ ਜਾਏਗਾ।
ਜੇ ਅਮਲ ਦੇ ਵਿੱਚ ਨਹੀਂ ਆਇਆ। ਤੇ ਜਦੋਂ ਜਿਹਦੇ ਅਮਲ ਦੇ ਵਿੱਚ ਆ ਜਾਂਦਾ ਹੈ, ਤੇ ਦੇਖੋ ਇੱਕ ਉਦਾਹਰਣ ਇਤਿਹਾਸ ਦੀ ਹੈ। ਇੱਕ ਪਿਤਾ ਹੈ, ਸਿਰੇ ਇਸ਼ਨਾਨ ਕਰਦਾ ਹੈ, ਤੇ ਜਿੱਥੇ ਉਹਦੀਆਂ ਧਾਰਮਿਕ ਪੋਥੀਆਂ ਪਈਆਂ, ਗ੍ਰੰਥ ਪਏ ਆ, ਉਹਦੇ ਵਿੱਚੋਂ ਇੱਕ ਕਾਗਜ਼ ਕੱਢਦਾ, ਉਹਨੂੰ ਆਪਣੇ ਮੱਥੇ ਤੇ ਲਾਉਂਦਾ ਹੈ, ਫਿਰ ਉਹਨੂੰ ਬੈਠ ਕੇ ਪੜ੍ਹਨ ਲੱਗ ਜਾਂਦਾ ਹੈ, ਔਰ ਬੜੇ ਧਿਆਨ ਨਾਲ ਪੜ੍ਹਦਾ, ਤੇ ਪੜ੍ਹਦਾ ਕਈ ਵੇਲੇ ਇੰਨਾ ਮੁਗਧ ਹੋ ਜਾਂਦਾ ਹੈ, ਸੁਰਤ ਜੁੜ ਜਾਂਦੀ ਹੈ। ਅੱਜ ਉਹਦੀ 7-8 ਸਾਲ ਦੀ ਬੱਚੀ ਹੈ, ਉਹਦੀ ਗੋਦ ਵਿੱਚ ਆ ਕੇ ਬਹਿ ਜਾਂਦੀ ਹੈ। ਹੁਣ ਪੁੱਛਦੀ ਹੈ, ਅੱਬਾ ਤੁਸੀਂ ਕੀ ਪੜ੍ਹਦੇ ਹੋ, ਇਹਦੇ ਵਿੱਚ ਕੀ ਲਿਖਿਆ ਹੈ? ਤੇ ਉਸਨੇ ਜਵਾਬ ਦਿੱਤਾ। ਉਹ ਕੌਣ ਸੀ? ਉਹ ਮੁਸਲਮਾਨ ਵੀਰ ਸੀ, ਗਣੀ ਖਾਂ। ਕਹਿਣ ਲੱਗਾ, ਇਹਦੇ ਵਿੱਚ ਮੇਰੇ ਸਤਿਗੁਰੂ ਕਲਗੀਧਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗਣੀ ਖਾਂ, ਨਵੀ ਖਾਂ, ਤੁਸੀਂ ਮੇਰੇ ਆਲੀਕ ਪੁੱਤਰ ਹੋ। ਅੱਬਾ ਫਿਰ ਪੜੋ, ਗਣੀ ਖਾਂ, ਨਵੀ ਖਾਂ, ਤੁਸੀਂ ਮੇਰੇ ਆਲੀਕ ਪੁੱਤਰ ਹੋ। ਅੱਬਾ ਫਿਰ ਪੜੋ। ਉਹ ਫਿਰ ਪੜਦਾ, ਗਣੀ ਖਾਂ, ਨਵੀ ਖਾਂ, ਤੁਸੀਂ ਮੇਰੇ ਆਲੀਕ ਪੁੱਤਰ ਹੋ। ਕਿਹਨੇ ਲਿਖਿਆ? ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਕੇ ਦੇ ਗਏ, ਗਣੀ ਖਾਂ, ਨਵੀ ਖਾਂ, ਤੁਸੀਂ ਮੇਰੇ ਆਲੀਕ ਪੁੱਤਰ ਹੋ। ਪਿਤਾ ਜੀ ਪੜ੍ਹਦੇ ਜਾਓ। ਪੜ੍ਹਦਾ ਗਿਆ, ਸੁਣਦੀ ਗਈ, ਇਹ ਤਿਨਕੇ ਮਨ ਵਸਿਆ। ਫਿਰ ਪੁੱਛਦੀ ਹੈ ਕਿ ਤੁਹਾਨੂੰ ਉਹਨਾਂ ਨੇ ਆਪਣੇ ਪੁੱਤਰ ਮੰਨਿਆ? ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਸਨ। ਕਹਿਣ ਲੱਗੇ, ਉਹਨਾਂ ਦੇ 4 ਸਾਹਿਬਜ਼ਾਦੇ ਸਨ, 2 ਸ਼ਹੀਦ ਹੋ ਗਏ, ਚਮਕੌਰ, ਤੇ 2 ਸਰਹੰਦ ਦੀਆਂ ਨੀਹਾਂ ਵਿੱਚ ਜ਼ਾਲਮਾਂ ਨੇ ਖੜੇ ਕਰਕੇ ਸ਼ਹੀਦ ਕਰ ਦਿੱਤਾ। ਇੱਕ ਲੜ ਕੇ ਸ਼ਹੀਦ ਹੋਏ, ਇੱਕ ਖੜ ਕੇ ਸ਼ਹੀਦ ਹੋਏ। ਫਿਰ ਤੁਹਾਨੂੰ ਕਿਉਂ ਪੁੱਤਰ ਬਣਾਇਆ? ਕਹਿਣ ਲੱਗਾ, ਦੇਖ ਬੇਟਾ, ਉਹਦੇ ਸਾਰੇ ਪੁੱਤਰ ਆ ਜਿਹੜੇ ਉਹਨੂੰ ਮੰਨਦੇ ਆ, ਭਾਵੇਂ ਕੋਈ ਬੱਚਾ ਹੈ, ਜਵਾਨ ਹੈ, ਭਾਵੇਂ ਬਜ਼ੁਰਗ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ। ਪਰ ਸਾਨੂੰ ਮਾਣ ਹੈ ਕਿ ਸਾਨੂੰ ਸਤਿਗੁਰੂ ਲਿਖ ਕੇ ਦੇ ਗਿਆ, ਗਣੀ ਖਾਂ, ਨਵੀ ਖਾਂ, ਤੁਸੀਂ ਮੇਰੇ ਆਲੀਕ ਪੁੱਤਰ ਹੋ। ਅੱਬਾ ਇਹਦਾ ਕੀ ਅਰਥ ਹੁੰਦਾ ਹੈ? ਕਹਿਣ ਲੱਗੇ, ਸਤਿਗੁਰੂ ਤੇ ਮਹਾਰਾਜ ਜਿਸ ਵੇਲੇ ਰਾਏਕੋਟ ਦੇ ਮੁਕਾਮ ਤੇ ਪਹੁੰਚੇ, ਸੰਗਤਾਂ ਪਹੁੰਚੀਆਂ, ਕਈ ਲੋਕ ਅਫਸੋਸ ਕਰ ਰਹੇ ਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ। ਸਤਿਗੁਰੂ ਨੇ ਕਿਹਾ ਸੀ, ਕਹਿੰਦੇ 4 ਲਕੀਰਾਂ ਖਿੱਚੋ, ਲੀਕ ਖਿੱਚੋ। 4 ਲੀਕਾਂ ਖਿੱਚੀਆਂ, ਮਿਟਾ ਦਿਓ। ਬਹੁਣ ਲੱਗਿਆ ਖੁਸ਼ੀ ਹੋਈ, ਕਹਿਣ ਲੱਗੇ ਨਹੀਂ। ਮਿਟਾਉਣ ਲੱਗਿਆ ਕੋਈ ਗਮ ਹੋਇਆ, ਕਹਿੰਦੇ ਨਹੀਂ, ਇਹ ਲੀਕਾਂ ਸੀ 4 ਪ੍ਰਮਾਤਮਾ ਨੇ ਮਾਰੀਆਂ ਸੀ, ਮਿਟ ਗਈਆਂ। ਉਹ ਲੀਕ ਸਨ। ਸਾਨੂੰ ਆਲੀਕ ਪੁੱਤਰ ਲਿਖਿਆ, ਜਦ ਤੱਕ ਦੁਨੀਆ ਰਹੇਗੀ ਗਣੀ ਖਾਂ ਤੇ ਨਵੀ ਖਾਂ ਦਾ ਨਾਮ ਵੀ ਰਹੇਗਾ। ਬਹੁਤ ਵੱਡੀ ਕੁਰਬਾਨੀ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਪ੍ਰਤੀ, ਆਪਣਾ ਪਿਆਰ ਜਿਹੜਾ ਸਤਿਗੁਰੂ ਮਹਾਰਾਜ ਦੇ ਪ੍ਰਤੀ ਦਰਸਾਇਆ। ਉਹਨੇ ਆਖਿਆ, ਫਿਰ ਗੁਰੂ ਸਾਹਿਬ ਮਹਾਰਾਜ ਤੁਹਾਨੂੰ ਤਾਂ ਪੁੱਤਰ ਕਹਿ ਗਏ, ਤੇ ਮੈਨੂੰ ਕਹਿੰਦੇ ਵੀ ਅਸੀਂ ਪੁੱਤਰ ਹਾਂ, ਤੂੰ ਉਹਦੀ ਪੋਤਰੀ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਉਂਕਿ ਜਿਹੜੇ ਇੱਕ ਗੱਲ ਨੂੰ ਵੀ ਆਪਣੇ ਮਨ ਦੇ ਵਿੱਚ ਵਸਾਉਣਾ ਕੀਤਾ ਹੈ, ਤੇ ਕਿੱਦਾਂ ਵਸਦਾ? ਕਹਿੰਦੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਦੀ ਆਪ ਕਿਰਪਾ ਬਖਸ਼ਿਸ਼ ਹੁੰਦੀ ਹੈ, ਇਹ ਤਿਨਕਾ ਮਨ ਵਸਿਆ, ਜਿਨ ਧੁਰੋਂ ਲਿਖਿਆ ਆ, ਇੱਕ ਫਿਰ ਹੈ ਕਨੇਰੇ। ਕਨੇਰੇ ਕਹਿੰਦੇ ਬਹੁਤ ਤਾਤ ਦੇ ਵਿੱਚ ਲੋਕ ਘੁੰਮਦੇ ਫਿਰਦੇ ਆ, ਕਰਹਿ ਗੱਲਾਂ, ਗੱਲਾਂ ਕਰਦੇ ਆ, ਗੱਲੀ ਕਿਨੇ ਨਾ ਪਾਇਆ। ਪਰ ਗੱਲਾਂ ਦੇ ਨਾਲ ਅੱਜ ਤੱਕ ਨਹੀਂ ਮਿਲਿਆ ਕਿਸੇ ਨੂੰ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਸਾਧ ਦਾ ਅਰਥ ਹੁੰਦਾ ਖੁਸ਼ੀ, ਸੱਸੇ ਨੂੰ ਕੰਨਾ ਤੇ ਦੱਦਾ, ਸਾਧ। ਇੱਥੋਂ ਕੁਝ ਸ਼ਬਦ ਬਣਿਆ ਸ਼ਾਦੀ। ਖਸਮ ਨਾ ਪਾਏ ਸਾਧ, ਉਹ ਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਗੁਰੂ ਤਾਂ ਅੰਦਰਲੀ ਜਾਣਦਾ। ਹੁਣ ਆਪਾਂ ਗੱਲਾਂ ਨਾ ਕਹੀ ਜੇ ਮੈਂ ਤਾਂ ਜੀ ਮੇਰਾ ਤਾਂ ਇੰਨਾ ਨਿਤਨੇਮ ਹੈ, ਮੈਂ ਤਾਂ ਆਹ ਸਿਮਰਨ ਕਰਨ, ਬਥੇਰੇ ਮਿਲ ਜਾਂਦੇ ਆ। ਉਹ ਤਾਂ ਸਾਨੂੰ ਜਾਣਦਾ ਨਾ ਘਟ ਘਟ ਕੇ, ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਕਿਉਂਕਿ ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਨਹੀਂ ਪ੍ਰਾਪਤੀ ਹੋ ਸਕਦੀ।
ਕੁਝ ਕਰਨਾ ਪੈਂਦਾ ਹੈ। ਜਿਨ੍ਹਾਂ ਨੇ ਕੀਤਾ ਹੈ, ਕਮਾਈ ਕੀਤੀ, ਤੁਸੀਂ ਅਰਦਾਸ ਸਾਰੇ ਕਰਦੇ ਹੋ, ਆਪਾਂ ਕਿੰਨੀ ਵਾਰੀ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਨ। ਤਿੰਨਾਂ ਦੀ ਕਮਾਈ ਦਾ ਧਿਆਨ ਧਰਨਾ ਕਿ ਅਸੀਂ ਵੀ ਉੱਦਾਂ ਦੇ ਕਰਮ ਕਰ ਸਕੀਏ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ, ਇਹ ਸਿਰਫ ਪ੍ਰੇਅਰ ਨਹੀਂ ਜਿੱਦਾਂ ਸਕੂਲ ਦੇ ਵਿੱਚ ਜਾ ਕੇ ਬੱਚੇ ਪ੍ਰੇਅਰ ਕਰਦੇ, ਇਹ ਤਾਂ ਸਾਡਾ ਜੀਵਨ ਹੈ ਅਰਦਾਸ ਜਿਹੜਾ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਿਉਂਕਿ ਜਿੰਨੇ ਤੱਕ ਗੁਰੂ ਦਾ ਸ਼ਬਦ ਸਿੱਖ ਦੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਤੀ ਸਿੱਖ ਦਾ ਪਿਆਰ ਹੈ, ਵਫਾਦਾਰੀ ਹੈ, ਇਮਾਨਦਾਰੀ ਰਹੇਗੀ, ਦੁਨੀਆ ਦੀ ਤਾਕਤ ਜਿਹੜੀ ਹੈ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੀ। ਅੱਜ ਬਹੁਤ ਹੱਥ ਕੰਡੇ ਵਰਤੇ ਜਾ ਰਹੇ ਆ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਜਾਏ, ਸਿੱਖਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਏ, ਕਿੱਦਾਂ ਇਹਨਾਂ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਏ। ਬਹੁਤ ਕੁਝ ਹੋ ਰਿਹਾ ਹੈ। ਪਰ ਕਿਸੇ ਵਿਦਵਾਨ ਨੇ ਕਿਹਾ ਸੀ ਕਿ ਇੱਕ ਵੀ ਸਿੱਖ ਰਹਿ ਗਿਆ ਨਾ ਦੁਨੀਆ ਦੇ ਵਿੱਚ, ਇੱਕ ਵੀ, ਉਹਦਾ ਵੀ ਸੰਕਲਪ ਹੀ ਰਹੇਗਾ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਉਹਦਾ ਵੀ ਸੰਕਲਪ ਰਹੇਗਾ। ਤੇ ਜਿਹੜੀ ਸਤਿਗੁਰੂ ਸਾਡੇ ਤੇ ਜ਼ਿੰਮੇਵਾਰੀ ਸਾਨੂੰ ਸਤਿਗੁਰੂ ਮਹਾਰਾਜ ਨੇ ਦਿੱਤੀ, ਕਿਉਂਕਿ ਹਰੇਕ ਸਿੱਖ ਸਿੱਖੀ ਦਾ ਪ੍ਰਚਾਰਕ ਹੈ, ਅਸੀਂ ਉੱਦਾਂ ਵਿਚਰਨਾ ਕਿ ਅਸੀਂ ਆਪਣੇ ਪੰਥ ਦੇ ਪ੍ਰਤੀ ਵਫਾਦਾਰ ਹੋਈਏ। ਅੱਜ ਕੀ ਹੋ ਰਿਹਾ ਕਿ ਅੱਜ ਜਿਹੜੇ ਗਰੁੱਪ ਚੱਲਦੇ ਆ, ਸਿੱਖਾਂ ਦੇ ਗਰੁੱਪ ਜਾਂ ਫੇਸਬੁੱਕ, ਉਹਦੇ ਉੱਪਰ ਸਿੱਖ ਹੀ ਸਿੱਖਾਂ ਦੇ ਵਿਰੋਧ ਵਿੱਚ ਲਿਖ ਰਹੇ ਆ, ਜਿਹੜਾ ਬਹੁਤ ਹੀ ਹਾਨੀਕਾਰਕ ਹੈ, ਸਿੱਖਾਂ ਵਾਸਤੇ ਹਾਨੀਕਾਰਕ ਹੈ। ਔਰ ਉਹ ਕੌਮ ਦੇ ਗਦਾਰ ਲੋਕ ਹੈ ਜਿਹੜੇ ਕੌਮ ਦੇ ਹੀ ਵਫਾਦਾਰ ਨਹੀਂ ਹਨ, ਕੌਮ ਦੇ ਪ੍ਰਤੀ ਹੀ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਬਹੁਤ ਭੈੜੀ ਹੈ। ਅੱਜ ਲੋੜ ਹੈ ਕਿ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ, ਅੱਜ ਬਹੁਤ ਜ਼ਰੂਰਤ ਹੈ, ਅੱਜ ਇਕੱਠੇ ਹੋਈਏ। ਕਿਉਂਕਿ ਇੱਕ ਗ੍ਰੰਥ ਹੈ, ਏਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇਹ ਤਾਂ ਆਉਂਦੇ ਜਾਂਦੀਆਂ ਰਹਿੰਦੀਆਂ ਕੁਰਸੀਆਂ, ਇਹ ਆ ਗਿਆ ਰਾਜਾ ਕੱਲ ਮਰ ਜਾਏਗਾ, ਦੂਸਰਾ ਆ ਜਾਏਗਾ, ਔਰੰਗਜ਼ੇਬ ਵੀ ਜ਼ੁਲਮ ਕਰਕੇ ਚਲਾ ਗਿਆ, ਬਹੁਤ ਵੱਡੇ ਵੱਡੇ ਬਾਬਰ ਵਰਗੇ ਜ਼ੁਲਮ ਕਰਕੇ ਚਲੇ ਗਏ, ਇਹ ਵੀ ਚਲੇ ਜਾਏਗਾ। ਪਰ ਜੇ ਗੁਰੂ ਤੋਂ ਬੇਮੁਖ ਹੋ ਗਏ ਨਾ, ਗੁਰੂ ਦੀ ਆਪਣੇ ਪੰਥ ਤੋਂ ਵਫਾਦਾਰੀ ਨਾ ਕੀਤੀ, ਕੋਈ ਦੁਨੀਆ ਦੀ ਤਾਕਤ ਤੁਹਾਨੂੰ ਮਾਫ ਨਹੀਂ ਕਰੇਗੀ। ਪੰਥ ਦੇ ਪ੍ਰਤੀ ਵਫਾਦਾਰੀ ਜਿਹੜੀ ਹੈ, ਕਿਉਂਕਿ ਫਿਰ ਲੋਕੀ ਹਾਸੋਹੀਨੀ ਹੈ, ਲੋਕੀ ਤਾਂ ਮਜ਼ਾਕ ਚਾਹੁੰਦੇ ਆ। ਉਹ ਤਾਂ ਅੱਜ ਜੋ ਚੱਲ ਰਿਹਾ, ਜੋ ਮੀਡੀਆ ਦੇ ਵਿੱਚ ਚੱਲ ਰਿਹਾ, ਕਿੱਦਾਂ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਹੁਣ ਸਾਡੇ ਘਰ ਆ ਕੇ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਏਗਾ, ਤੁਸੀਂ ਉਹਦੇ ਅੱਗੇ ਹੱਥ ਜੋੜੋਗੇ ਵੀ ਭਾਈ ਰਹਿਣ ਦਿਓ ਜੀ, ਤੁਹਾਨੂੰ ਅਸੀਂ ਮੱਥਾ ਟੇਕਦੇ ਹਾਂ। ਤੁਹਾਡੇ ਗੁਰੂ ਨੂੰ ਕੋਈ ਚੁੱਕ ਕੇ ਲੈ ਜਾਏ, ਤੁਸੀਂ ਹੱਥ ਜੋੜੋਗੇ ਉਹਦੇ ਅੱਗੇ? ਇਹ ਤਾਂ ਸਾਡਾ ਸਾਰਾ ਕੁਝ ਸਾਡਾ ਹੈ, ਸਾਨੂੰ ਤਾਂ ਜੀਂਦਿਆਂ ਮਰ ਜਾਣਾ ਚਾਹੀਦਾ ਹੈ। ਕਈ ਲੋਕ ਕੀ ਲੋੜ ਸੀ ਉਹਨੂੰ ਮਾਰਨ ਦੀ? ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਨਹੀਂ ਪਿਆਰ ਕਰਦੇ, ਸਿਰਫ ਤੁਸੀਂ ਦਿਖਾਵੇ ਦੇ ਸਿੱਖ ਹੋ। ਜਿੱਦਣ ਇਹ ਜੀਵਨ ਦੇ ਵਿੱਚ ਬਣ ਗਿਆ, ਸਿੱਖਾਂ ਸਾਡਾ ਗੁਰੂ ਹੀ ਸਾਡਾ ਸਾਰਾ ਕੁਝ, ਜਿੱਥੋਂ ਸਾਨੂੰ ਸਾਰਾ ਕੁਝ ਮਿਲਦਾ ਹੈ, ਉਹਦੇ ਪ੍ਰਤੀ ਸਾਡੀ ਇਮਾਨਦਾਰੀ ਨਹੀਂ ਹੈ, ਉਹਦੇ ਪ੍ਰਤੀ ਸਾਡੀ ਵਫਾਦਾਰੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵਫਾਦਾਰੀ ਨਹੀਂ ਹੈ। ਜੇ ਹੁਣ ਸਾਡੀ ਪਿਓ ਦੀ ਪੱਗ ਨੂੰ ਹੱਥ ਪਾਉਂਦਾ ਕੋਈ ਆ ਕੇ, ਤੇ ਅਸੀਂ ਕਿੱਦਾਂ ਬਰਦਾਸ਼ਤ? ਇਹ ਤਾਂ ਸਾਡਾ ਸਾਰਾ ਕੁਝ ਹੈ, ਬਾਣੀ ਗੁਰੂ, ਬਾਣੀ ਨਿਰੰਕਾਰ ਕਹਿੰਦੇ ਅਸੀਂ, ਇਹਨੂੰ ਮੱਥਾ ਟੇਕਦੇ ਹੋ। ਤੇ ਇਹ ਜਿੱਦਣ ਇਹ ਸਾਡੀ ਭਾਵਨਾ ਜਿਹੜੀ ਸ਼ਬਦ ਦੇ ਪ੍ਰਤੀ, ਗੁਰੂ ਦੇ ਪ੍ਰਤੀ ਬਣ ਜਾਏ, ਮਰਨਾ ਤਾਂ ਹੈ ਹੀ ਨਾ, ਕੋਈ ਬਿਮਾਰੀ ਨਾ ਮਰ ਜਾਏ, ਕੋਈ ਐਕਸੀਡੈਂਟ ਨਾ ਮਰ ਜਾਏ, ਕੋਈ ਕਿੱਦਾਂ ਮਰ ਜਾਏਗਾ। ਜੇ ਕੌਮ ਦੇ ਪ੍ਰਤੀ ਗਦਾਰ ਹੋ ਕੇ ਮਰ ਗਏ ਨਾ, ਆਉਣ ਵਾਲੀਆਂ ਪੀੜ੍ਹੀਆਂ ਵੀ ਨਹੀਂ ਮਾਫ ਕਰਨਗੀਆਂ। ਤੇ ਅੱਜ ਲੋੜ ਸਾਨੂੰ ਇਹ ਸ਼ਬਦ ਦੇ ਉੱਪਰ, ਗੱਲਾਂ ਬਹੁਤ ਅਸੀਂ ਕਰਦੇ ਹਾਂ, ਪਰ ਉਹ ਗੱਲ ਜਿਹੜੀ ਹੈ ਸਤਿਗੁਰੂ ਦੀ ਗੱਲ ਜਿਹੜੀ ਹੈ, ਇਹ ਗੱਲ ਹਮੇਸ਼ਾ ਉਹ ਸਰਕਾਰਾਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ, ਸਰਦਾਰਾਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ। ਇਹ ਕੌਮ ਨਹੀਂ ਖਤਮ ਹੋ ਸਕਦੀ ਕਦੇ, ਇਹਨੂੰ ਮਿਟਾਉਣ ਵਾਲੇ ਮਿਟ ਗਏ ਆ, ਪਰ ਇਹ ਕੌਮ ਕਦੇ ਨਹੀਂ ਖਤਮ ਹੋ ਸਕਦੀ, ਨਹੀਂ ਹੋ ਸਕਦੀ। ਜਿੰਨੇ ਤੱਕ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਮਲ ਹੈ, ਉਹਨੇ ਤੱਕ ਨਹੀਂ ਸਾਨੂੰ ਕੋਈ ਖਤਮ ਕਰ ਸਕਦਾ। ਜਿੱਦਣ ਅਸੀਂ ਆਪੇ ਡਰਨ ਲੱਗ ਗਏ, ਆਪੇ ਅਸੀਂ ਛੁਪਣ ਲੱਗ ਗਏ, ਸਾਡਾ ਕੀ ਹੋਏਗਾ? ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ। ਇੱਕ ਫਿਰੇ ਕਨੇਰੇ, ਕਿਉਂਕਿ ਕੌਮ ਉਦਣ ਖਤਮ ਹੁੰਦੀ ਹੈ। ਮਸਕੀਨ ਜੀ ਕਹਿੰਦੇ, ਜੇ ਸਿੱਖ ਕੌਮ ਕਦੇ ਨਾ ਹਾਰੇ, ਜੇ ਸਿੱਖ ਨੂੰ ਨਾ ਮਾਰੇ। ਇਹ ਕਦੇ ਨਹੀਂ ਇਹਨੂੰ ਕੋਈ ਖਤਮ ਕਰ ਸਕਦਾ। ਤੇ ਅੱਜ ਸਾਨੂੰ ਬਹੁਤ ਜ਼ਰੂਰਤ ਹੈ, ਅੱਜ ਏਕਤਾ ਦੀ ਜ਼ਰੂਰਤ ਹੈ, ਕਿਉਂਕਿ ਅੱਜ ਤੁਹਾਨੂੰ ਗੱਡੀਆਂ ਦੇ ਥੱਲੇ ਮਾਰਿਆ ਜਾ ਰਿਹਾ, ਕੋਈ ਵਿਰੋਧ ਨਹੀਂ ਕਰ ਰਿਹਾ। ਹਾਂ, ਜੇ ਉਹ ਵਿਰੋਧ ਉਸ ਚੀਜ਼ ਦਾ ਕਰੋ ਨਾ ਜਿਹੜੀ, ਕਿਉਂਕਿ ਅਸੀਂ ਬੋਲਾਂਗੇ ਪਤਾ ਨਹੀਂ ਸਾਨੂੰ ਕੀ ਫਾਂਸੀ ਲੱਗ ਜਾਏਗੀ, ਸਾਨੂੰ ਜੇਲ੍ਹ ਹੋ ਜਾਏਗੀ।
ਉਹ 'ਚ ਅਸੀਂ ਨਹੀਂ ਬੋਲ ਰਹੇ। ਕੁਛ ਤੁਹਾਡੇ ਸਿੱਖ ਭਰਾ ਮਾਰੇ ਜਾ ਰਹੇ ਆ, ਬੇਦੋਸ਼ੀਆਂ ਨੂੰ ਮਾਰਿਆ ਜਾ ਰਿਹਾ, ਪੰਜਾਬ ਨੂੰ ਘੇਰਿਆ ਜਾ ਰਿਹਾ। 50 ਕਿਲੋਮੀਟਰ ਦਾ ਚੱਕਰ ਜਿਹੜਾ ਤੁਹਾਡੇ ਘਰ ਆ ਕੇ ਤੁਹਾਡੇ ਪਰਿਵਾਰਾਂ ਨੂੰ ਚੈੱਕ ਕਰਨਗੇ, ਤੁਸੀਂ ਰਹਿੰਦੇ ਹੋ ਪੰਜਾਬ, ਫਿਰ ਤਾਂ ਲੱਗੇ ਤੁਹਾਨੂੰ। ਤੁਹਾਡੇ ਘਰ ਜਦੋਂ ਮਰਜ਼ੀ ਛਾਪਾ ਮਾਰਨਗੇ, ਤੁਹਾਡੀਆਂ ਨੌਹਾਂ ਭੈਣਾਂ ਧੀਆਂ ਤੁਹਾਡੀਆਂ ਘਰ ਆਉਣਗੀਆਂ, ਆ ਕੇ ਤੁਹਾਡੇ ਬਿਸਤਰੇ ਫਰੋਲਣਗੇ, ਕਿਸੇ ਨੂੰ ਵੀ ਚੁੱਕ ਕੇ ਲੈ ਜਾਣਗੇ। ਉਦੋਂ ਜਾਗੋਗੇ। ਅੱਜ ਹੁਣ ਜਾਗਣ ਦਾ ਸਮਾਂ ਹੈ। ਸਾਹਿਬ ਕਹਿੰਦੇ ਇੱਕ ਫਿਰੇ ਘਨੇਰੇ ਕਰਹਿ ਗੱਲਾਂ, ਗੱਲਾਂ ਦੇ ਨਾਲ ਕਦੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਸਕੇਗੀ। ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ, ਸਤ ਗੁਰੂ ਸੁਣਾਇਆ। ਇਹ ਆਤਮਿਕ ਜੀਵਨ ਦੇਣ ਵਾਲਾ ਸ਼ਬਦ ਹੈ। ਸ਼ਹੀਦ ਕਰ ਦਿੱਤਾ ਨਾ ਭਾਈ ਤਾਰੂ ਸਿੰਘ ਨੂੰ, ਕਰ ਦਿੱਤਾ, ਬੰਦ ਕੱਟ ਦਿੱਤੇ ਗਏ, ਖੋਪਰੀਆਂ ਲਾਹ ਦਿੱਤੀਆਂ ਗਈਆਂ, ਆਰਿਆਂ ਨਾਲ ਚੀਰੇ ਗਏ। ਉਬਲਦੀਆਂ ਦੇਗਾਂ ਵਿੱਚ ਵੀ ਉਬਾਲ ਕੇ ਦੇਖਿਆ, ਪਰ ਉਹਦੇ ਵਿੱਚੋਂ ਵੀ ਸ਼ਬਦ ਦੀ ਆਵਾਜ਼ ਆਉਂਦੀ ਹੈ। ਇਹਨੂੰ ਕੋਈ ਨਹੀਂ ਖਤਮ ਕਰ ਸਕਦਾ। ਉਹਨਾਂ ਦੇ ਕੋਲ ਸੀ ਤਾਕਤ, ਸ਼ਬਦ ਦੀ ਤਾਕਤ ਸੀ। ਇਹ ਜਿਹੜੀ ਰਾਜਨੀਤਿਕ ਸ਼ਬਦਾਂ ਦੀ ਤਾਕਤ ਹੈ, ਇਹ ਥੋੜ੍ਹੇ ਸਮੇਂ ਵਾਸਤੇ ਹੁੰਦੀ, ਇਹ ਬਦਲ ਜਾਂਦੇ ਆ, ਇਹ ਬਦਲ ਜਾਂਦੇ ਆ। ਅੱਜ ਦੇਖ ਲਓ ਤੁਸੀਂ ਔਰੰਗਾਬਾਦ ਜਾ ਕੇ, ਔਰੰਗਜ਼ੇਬ ਦੀ ਕਬਰ ਦੇ ਉੱਪਰ ਕੋਈ ਥੁੱਕਣ ਵਾਸਤੇ ਵੀ ਤਿਆਰ ਨਹੀਂ। ਕਿੰਨਾ ਜ਼ੁਲਮ ਕੀਤਾ ਸੀ ਉਸਨੇ, ਉਸ ਤੋਂ ਵੱਡਾ ਤਾਂ ਕੋਈ ਨਹੀਂ ਕਰ ਸਕਦੇ। ਤੇ ਅੱਜ ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਅਸੀਂ ਡਰ ਰਹੇ ਹਾਂ, ਪਰ ਕਰੋ ਜੋ ਮਰਜ਼ੀ, ਪਰ ਕੌਮ ਦੇ ਪ੍ਰਤੀ ਵਫਾਦਾਰੀ ਜਿਹੜੀ ਹੈ। ਜਿਸ ਵੇਲੇ ਪੜ੍ਹਦੇ ਬੜਾ ਦੁੱਖ ਹੁੰਦਾ ਕਿ ਅਸੀਂ ਸਿੱਖ ਹੋ ਕੇ ਇਹੋ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਬੜੀ ਹਵਾ ਮਿਲਦੀ ਹੈ, ਜਿਹੜੇ ਅੰਦਰੋਂ ਸਿੱਖਾਂ ਦੇ ਵਿਰੋਧੀ ਆ, ਅੰਦਰੋਂ ਜਿਹੜੇ ਵਿਰੋਧੀ ਆ, ਅਸੀਂ ਜਿਹੜੇ ਮੈਸੇਜ ਪਾਉਂਦੇ ਆ ਤੇ ਉਹ ਫਿਰ ਉਹਨਾਂ ਨੂੰ ਮਜ਼ਾ ਆਉਂਦਾ, ਫਿਰ ਅੱਗੇ ਫਾਰਵਰਡ ਕਰਦੇ, ਲਓ ਜੀ ਸਿੱਖ ਹੀ ਲੜੀ ਜਾਂਦੇ ਆ। ਉਹ ਤਾਂ ਚਾਹੁੰਦੇ ਆ ਵੀ ਸਿੱਖ ਲੜਨ, ਤੇ ਉਹਨੇ ਤੱਕ ਹੀ ਸਾਡਾ ਭਲਾ ਹੋ ਸਕਦਾ ਜਿੰਨੇ ਤੱਕ ਅਸੀਂ ਇੱਕ ਨਹੀਂ ਹੁੰਦੇ। ਤੇ ਏਕਾ ਬਾਣੀ ਇੱਕ ਗੁਰ ਏਕੋ ਸ਼ਬਦ ਵਿਚਾਰ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਈਏ ਤੇ ਉਦੋਂ ਇਹ ਸ਼ਬਦ ਦਾ ਪਹਿਰਾ ਜਿਹੜਾ ਹੈ। ਕਿਉਂਕਿ ਜੇ ਗ੍ਰੰਥ ਕੀ ਨਾ ਰਹੀ ਤਾਂ ਪੰਥ ਕੋ ਕੌਣ ਪੁੱਛੇਗਾ, ਇਹ ਹਰੇਕ ਸਿੱਖ ਦੇ ਹੋਣਾ ਚਾਹੀਦਾ। ਜੇ ਕੱਲ੍ਹ ਕਿਸੇ ਨੇ ਦੁਸਹਿਰਾ ਮਨਾ ਦਿੱਤਾ, ਉੱਥੇ ਦਿੱਲੀ ਦੇ ਵਿੱਚ ਮਨਾਇਆ ਗਿਆ ਦੁਸਹਿਰਾ, ਜੇ ਸਿੱਖਾਂ ਨੇ ਮਨਾ ਦਿੱਤਾ ਤੇ ਚੰਗੀ ਗੱਲ ਹੈ ਨਾ। ਜੇ ਤੁਹਾਡੀ ਪਿਓ ਦੀ ਪੱਗ ਨੂੰ ਕੋਈ ਹੱਥ ਪਾ ਰਿਹਾ ਤੇ ਉਹਨੂੰ ਸੋਧਾ ਲਾ ਦਿੱਤਾ, ਲੋਕਾਂ ਨੂੰ ਪਤਾ ਲੱਗਦਾ ਜਗ੍ਹਾ ਜਗ੍ਹਾ ਬੇਅਦਬੀਆਂ ਹੋ ਰਹੀਆਂ, ਉਹਨੂੰ 30,000 ਰੁਪਈਆ ਦੇ ਕੇ ਭੇਜਿਆ ਗਿਆ ਉਸ ਬੰਦੇ ਨੂੰ ਬੇਅਦਬੀ ਕਰਨ ਵਾਸਤੇ। ਹੁਣ ਸਾਡੇ ਘਰ ਆ ਕੇ ਕੋਈ ਸਾਨੂੰ ਲਲਕਾਰੇ, ਨਹੀਂ ਲੈ ਜਾਓ ਤੁਸੀਂ, ਲੈ ਜਾਓ ਸਾਡੇ ਪਿਓ ਨੂੰ ਚੁੱਕ ਕੇ ਲੈ ਜਾਓ। ਤੇ ਉਹ ਸੋਚ ਜਿਹੜੀ ਅੱਜ, ਜੇ ਗ੍ਰੰਥ ਕੀ ਨਾ ਰਹੀ ਤਾਂ ਪੰਥ ਕੋ ਕੌਣ ਪੁੱਛੇਗਾ, ਫਿਰ ਸਾਨੂੰ ਕਿਹਨੇ ਪੁੱਛਣਾ ਜੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਸੇਵਾ ਨਹੀਂ ਕਰ ਸਕੇ, ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵਫਾਦਾਰ ਵੀ ਨਹੀਂ ਰਹੇ। ਤੇ ਗੁਰੂ ਸਾਹਿਬ ਦੇ ਇਹ ਸ਼ਬਦ ਹੈ, ਇਹ ਅਕਾਲ ਪੁਰਖ ਦੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਤਿਸ ਜੀਵੜ ਅਵਰ ਨ ਕੋਈ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।